गुड मॉर्निंग स्टूडेंट। मैं मिस किरण वाला कंप्यूटर फैकल्टी सरकारी सीनियर सैकेंडरी स्कूल कतरों ਅੱਜ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਪਾਠ ਨੰਬਰ 1 MS ਵਰਡ ਵਿੱਚ ਟੇਬਲ ਅਤੇ ਮੇਲ ਮਰਜ ਦੇ ਨਾਲ ਕੰਮ ਕਰਨਾ ਸਿਖਾਵਾਂਗੀ। ਪਿਆਰੇ ਵਿਦਿਆਰਥੀਓ, ਤੁਸੀਂ MS ਵਰਡ ਬਾਰੇ ਪਹਿਲਾਂ ਜਾਣ ਪਹਿਚਾਣ ਕਰ ਚੁੱਕੇ ਹੋ। ਤੁਹਾਨੂੰ ਇੰਨਾ ਕੁ ਪਤਾ ਹੈ MS ਵਰਡ ਹੁੰਦਾ ਕੀ ਹੈ। ਤਾਂ ਪਿਆਰੇ ਵਿਦਿਆਰਥੀਓ, MS ਵਰਡ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਸ ਦੀ ਵਰਤੋਂ ਟਾਈਪਿੰਗ ਦੇ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਵਿੱਚ ਅਸੀਂ ਚਿੱਠੀ ਅਤੇ ਐਪਲੀਕੇਸ਼ਨ ਲਿਖ ਸਕਦੇ ਹਾਂ। ਅਤੇ 7ਵੀਂ ਦੇ ਵਿੱਚ ਆਪਾਂ ਨੇ ਚਿੱਠੀ ਅਤੇ ਐਪਲੀਕੇਸ਼ਨ ਲਿਖਣੀ ਸਿੱਖੀ ਸੀ ਅਤੇ ਹੁਣ 8ਵੀਂ ਦੇ ਵਿੱਚ ਆਪਾਂ MS ਵਰਡ ਵਿੱਚ ਟੇਬਲ ਬਣਾਉਣਾ ਸਿੱਖਾਂਗੇ। ਤਾਂ ਅੱਜ ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਦੱਸਾਂਗੀ ਵੀ ਟੇਬਲ ਕੀ ਹੁੰਦਾ ਹੈ। ਉਸ ਤੋਂ ਬਾਅਦ ਦੱਸਾਂਗੀ ਟੇਬਲ ਬਣਾਉਣ ਦੇ ਤਰੀਕਿਆਂ ਬਾਰੇ। ਤੁਹਾਡੇ ਸਿਲੇਬਸ ਦੇ ਵਿੱਚ ਟੇਬਲ ਬਣਾਉਣ ਦੇ 3 ਤਰੀਕੇ ਦੱਸੇ ਗਏ ਨੇ। ਇੱਕ ਤਰੀਕਾ ਹੈਗਾ ਟੇਬਲ ਬਟਨ ਦੀ ਵਰਤੋਂ ਕਰਕੇ, ਦੂਸਰਾ ਹੈਗਾ ਇਨਸਰਟ ਟੇਬਲ ਨਾਲ, ਤੀਸਰਾ ਹੈਗਾ ਡਰਾ ਟੇਬਲ ਨਾਲ। ਉਸ ਤੋਂ ਬਾਅਦ ਮੈਂ ਤੁਹਾਨੂੰ ਟੇਬਲ ਵਿੱਚ ਡਾਟਾ ਦਾਖਲ ਕਰਨ ਬਾਰੇ ਦੱਸਾਂਗੀ। ਹਾਂਜੀ ਪਿਆਰੇ ਵਿਦਿਆਰਥੀਓ, ਸ਼ੁਰੂ ਕਰੀਏ। ਤਾਂ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਦੱਸਾਂਗੀ ਟੇਬਲ ਹੁੰਦਾ ਕੀ ਹੈ। ਤਾਂ ਪਿਆਰੇ ਵਿਦਿਆਰਥੀਓ, ਟੇਬਲ ਡਾਟੇ ਨੂੰ ਰੋ ਅਤੇ ਕਾਲਮ ਵਿੱਚ ਲਿਖਣ ਦਾ ਇੱਕ ਤਰੀਕਾ ਹੈ। ਟੇਬਲ ਰੋ ਅਤੇ ਕਾਲਮ ਤੋਂ ਬਣਦਾ ਹੈ। ਜਿਵੇਂ ਤੁਹਾਨੂੰ ਨਜ਼ਰ ਆ ਰਿਹਾ ਹੈ, ਇਸ ਦੇ ਵਿੱਚ ਤੁਹਾਨੂੰ ਇਹ ਕੀ ਹੈ, ਆਪਣਾ ਟੇਬਲ। ਇਸ ਦੇ ਵਿੱਚ ਕੀ ਹੈਗਾ, ਕਾਲਮ ਨੇ, ਰੋ ਹੈ ਅਤੇ ਸ਼ੈੱਲ ਹੈ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਾਲਮ ਕੀ ਹੁੰਦੇ ਨੇ, ਰੋ ਕੀ ਹੁੰਦੇ ਹੈ ਅਤੇ ਸ਼ੈੱਲ ਕੀ ਹੁੰਦਾ ਹੈ। ਤਾਂ ਬੱਚੇ, ਕਾਲਮ ਹੈ ਜਿਹੜਾ ਟੇਬਲ ਦੇ ਵਿੱਚ ਜਿਹੜੀਆਂ ਆਹ ਖੜਵੀਆਂ ਲਾਈਨਾਂ ਦਿੱਤੀਆਂ ਗਈਆਂ ਨੇ, ਇਹ ਕੀ ਨੇ, ਆਪਣੇ ਕਾਲਮ। ਠੀਕ ਹੈ। ਉਸ ਤੋਂ ਬਾਅਦ ਟੇਬਲ ਦੇ ਵਿੱਚ ਜਿਹੜੀਆਂ ਇਹ ਲੇਟਵੀਆਂ ਲਾਈਨਾਂ ਦਿੱਤੀਆਂ ਗਈਆਂ ਨੇ, ਇਹ ਕੀ ਨੇ, ਆਪਣੀ ਰੋ। ਅਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਦਿੱਤਾ ਗਿਆ ਹੈਗਾ, ਜਿੱਥੇ ਰੋ ਅਤੇ ਕਾਲਮ ਕੱਟਦੇ ਨੇ ਉਸ ਨੂੰ ਕਹਿੰਦੇ ਨੇ ਸ਼ੈੱਲ। ਇਸ ਤਰ੍ਹਾਂ ਟੇਬਲ ਡਾਟੇ ਨੂੰ ਰੋ ਅਤੇ ਕਾਲਮ ਵਿੱਚ ਲਿਖਣ ਦਾ ਕੀ ਹੈ, ਇੱਕ ਤਰੀਕਾ ਹੈ। ਜਿਹੜਾ ਤੁਹਾਨੂੰ ਇਹ ਟੇਬਲ ਦਿੱਤਾ ਗਿਆ ਹੈ, ਇਸ ਦੇ ਵਿੱਚ 4 ਰੋ ਅਤੇ 4 ਕਾਲਮ ਹਨ। ਦੇਖੋ ਕਿਵੇਂ, ਇੱਕ ਕਾਲਮ, ਦੂਸਰਾ ਕਾਲਮ, ਤੀਸਰਾ ਕਾਲਮ, ਚੌਥਾ ਕਾਲਮ। ਅਤੇ ਇਹਦੇ ਵਿੱਚ ਕਿੰਨੇ ਕਾਲਮ ਹੋ ਗਏ, 4। 1 ਰੋ, 2 ਰੋ, 3 ਰੋ, 4 ਰੋ। ਅਤੇ ਇਸ ਦੇ ਵਿੱਚ ਰੋ, ਸਭ ਤੋਂ ਪਹਿਲਾਂ ਆਪਣੇ ਕੋਲ ਰੋ ਲਿਖਦੇ ਹੁੰਦੇ ਆ, ਉਸ ਤੋਂ ਬਾਅਦ ਕੀ ਲਿਖਦੇ ਹੁੰਦੇ ਆ, ਕਾਲਮ। ਤਾਂ ਇਸ ਦੇ ਵਿੱਚ 4 ਰੋ, 4 ਕਾਲਮ ਹਨ। ਅਤੇ ਟੋਟਲ ਸ਼ੈੱਲ ਕਿੰਨੇ ਹੋ ਗਏ, 16। ਠੀਕ ਹੈ। ਤਾਂ ਇਹ ਟੇਬਲ ਕਿੰਨੇ ਰੋ ਅਤੇ ਕਾਲਮ ਦਾ ਬਣਿਆ ਹੋਇਆ ਹੈ, 4 ਰੋ, 4 ਕਾਲਮ ਦਾ। ਅਤੇ ਇਸ ਤਰ੍ਹਾਂ ਦੇ ਸ਼ੈੱਲ ਕਿੰਨੇ ਨੇ, 16। ਤਾਂ ਟੇਬਲ ਕੀ ਹੁੰਦਾ ਹੈ, ਜਿਹੜਾ ਡਾਟੇ ਨੂੰ ਰੋ ਅਤੇ ਕਾਲਮ ਦੇ ਵਿੱਚ ਲਿਖਦਾ ਹੈ, ਉਸ ਨੂੰ ਕੀ ਕਹਿੰਦੇ ਨੇ, ਟੇਬਲ। ਪਿਆਰੇ ਵਿਦਿਆਰਥੀਓ, ਹੁਣ ਟੇਬਲ ਐਤ ਦੇ ਵਿੱਚ ਵੀ ਹੋ ਸਕਦਾ ਹੈ, ਵਰਗ ਦੇ ਵਿੱਚ ਵੀ। ਟੇਬਲ ਕਿਵੇਂ ਹੋ ਸਕਦਾ ਹੈ, ਐਤ ਜਾਂ ਵਰਗ ਸ਼ੈੱਲਾਂ ਨਾਲ ਸੰਬੰਧਿਤ ਹੁੰਦੇ ਨੇ। ਠੀਕ ਹੈ। ਜਿਹੜੇ ਆ ਸ਼ੈੱਲ ਬਣੇ ਹੋਏ ਨੇ, ਇਹ ਵਰਗ ਵਾਂਗ ਵੀ ਬਣਾ ਸਕਦੇ ਹਾਂ ਅਤੇ ਆਇਤ ਵਾਂਗ ਵੀ ਬਣਾ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਹੁਣ ਤੱਕ ਤੁਹਾਨੂੰ ਇੰਨਾ ਸਮਝ ਆ ਗਿਆ ਹੋਣਾ ਵੀ ਟੇਬਲ ਕੀ ਹੁੰਦਾ ਹੈਗਾ, ਰੋ ਕੀ ਹੁੰਦੀਆਂ ਨੇ, ਕਾਲਮ ਕੀ ਹੁੰਦੀਆਂ ਨੇ। ਠੀਕ ਹੈ। ਅਤੇ ਸ਼ੈੱਲ ਕੀ ਹੁੰਦਾ ਹੈ। ਠੀਕ ਹੈ। ਤਾਂ ਟੇਬਲ ਕੀ ਹੈ, ਡਾਟੇ ਨੂੰ ਰੋ ਅਤੇ ਕਾਲਮ ਵਿੱਚ ਲਿਖਣ ਦਾ ਤਰੀਕਾ। ਅਤੇ ਕਾਲਮ ਕੀ ਨੇ, ਖੜਵੀਆਂ ਲਾਈਨਾਂ ਨੂੰ ਕਾਲਮ ਕਹਿੰਦੇ ਨੇ। ਠੀਕ ਹੈ। ਲੇਟਵੀਆਂ ਲਾਈਨਾਂ ਨੂੰ ਰੋ ਕਹਿੰਦੇ ਨੇ। ਜਿੱਥੇ ਰੋ ਅਤੇ ਕਾਲਮ ਕੱਟਣ ਉਸ ਨੂੰ ਕਹਿੰਦੇ ਨੇ ਸ਼ੈੱਲ। ਤਾਂ ਹੁਣ ਬੱਚਿਓ, ਤੁਹਾਨੂੰ ਟੇਬਲ ਬਾਰੇ ਪਤਾ ਚੱਲ ਗਿਆ। ਨੈਕਸਟ ਆਪਾਂ ਕਰਾਂਗੇ ਟੇਬਲ ਬਣਾਉਣ ਦੇ ਤਰੀਕੇ। ਤਾਂ ਟੇਬਲ ਬਣਾਉਣ ਦਾ ਤਰੀਕਿਆਂ ਬਾਰੇ 3 ਤਰੀਕੇ ਨੇ। ਪਹਿਲਾ ਤਰੀਕਾ ਕਰਾਂਗੇ। ਸਭ ਤੋਂ ਪਹਿਲੇ ਤਰੀਕੇ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਇੱਥੇ ਤੁਹਾਡੇ ਕੋਲ ਆਹ ਵਾਲੀ ਵਾਰ ਨੂੰ ਕੀ ਬੋਲਦੇ ਨੇ, ਮਿਨੋ ਵਾਰ। ਠੀਕ ਹੈ। ਸਭ ਤੋਂ ਪਹਿਲਾਂ ਟਾਈਟਲ ਵਾਰ ਹੁੰਦੀ ਹੈ, ਫਿਰ ਮਿਨੋ ਵਾਰ ਹੁੰਦੀ ਹੈ। ਤਾਂ ਮਿਨੋ ਵਾਰ ਦੇ ਉੱਪਰ ਤੁਹਾਡੇ ਕੋਲ ਇੱਕ ਟੈਬ ਨਜ਼ਰ ਆ ਰਿਹਾ ਹੈ, ਜਿਸ ਨੂੰ ਬੋਲਦੇ ਨੇ ਇਨਸਰਟ ਟੈਬ।
ਸਭ ਤੋਂ ਪਹਿਲਾਂ ਆਪਾਂ ਟੇਬਲ ਬਣਾਉਣ ਦੇ ਲਈ ਇੰਸਰਟ ਟੈਬ 'ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਟੇਬਲ ਬਟਨ 'ਤੇ, ਪਹਿਲਾਂ ਇੰਸਰਟ ਟੈਬ 'ਤੇ ਫਿਰ ਟੇਬਲ ਬਟਨ 'ਤੇ। ਜਦੋਂ ਆਪਾਂ ਟੇਬਲ ਬਟਨ 'ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਡਰੋਪ ਡਾਊਨ ਲਿਸਟ ਓਪਨ ਹੋ ਜਾਵੇਗੀ। ਇਹ ਵਾਲੀ ਤੁਹਾਡੀ ਡਰੋਪ ਡਾਊਨ ਲਿਸਟ ਹੈ। ਇਸ ਦੇ ਵਿੱਚ ਕੀ ਹੈ, ਤੁਹਾਨੂੰ ਜਿਹੜੇ ਬਰਾਊਨ ਕਲਰ ਦੇ ਦਿਖ ਰਹੇ ਨੇ, ਇਸ ਦੇ ਵਿੱਚ ਰੋ ਅਤੇ ਕਾਲਮ ਸਿਲੈਕਟ ਕੀਤੇ ਗਏ ਨੇ। ਜਿੰਨੇ ਰੋ ਅਤੇ ਕਾਲਮ ਦਾ ਤੁਸੀਂ ਟੇਬਲ ਬਣਾਉਣਾ ਚਾਹੁੰਦੇ ਹੋ ਉਨੇ ਤੁਸੀਂ ਰੋ ਅਤੇ ਕਾਲਮ ਕੀ ਕਰ ਲਓਗੇ, ਸਿਲੈਕਟ ਕਰ ਲਓਗੇ। ਅਤੇ ਜਦੋਂ ਤੁਸੀਂ ਰੋ ਅਤੇ ਕਾਲਮ ਸਿਲੈਕਟ ਕਰ ਲਓਗੇ ਤੁਹਾਡਾ ਟੇਬਲ ਬਣ ਕੇ ਤਿਆਰ ਹੋ ਜਾਊਗਾ। ਤਾਂ ਇਸ ਤਰ੍ਹਾਂ ਤੁਹਾਡਾ ਟੇਬਲ ਨਜ਼ਰ ਆਵੇਗਾ। ਹੁਣ ਪਿਆਰੇ ਵਿਦਿਆਰਥੀਓ ਦੇਖੋ, ਇਸ ਦੇ ਵਿੱਚ ਕਿੰਨੇ ਰੋ ਕਿੰਨੇ ਕਾਲਮ ਨੇ, 1 2 3 4। ਇਸ ਦੇ ਵਿੱਚ 4 ਕਾਲਮ ਨੇ। ਸਭ ਤੋਂ ਪਹਿਲਾਂ ਆਪਾਂ ਰੋ ਲਿਖਦੇ ਹੁੰਦੇ ਹਾਂ, ਹੁਣ ਰੋ ਕਾਊਂਟ ਕਰਦੇ ਹਾਂ। 1 2 3 4, 1 2 3 4 5। ਠੀਕ ਹੈ, ਕਿੰਨੇ ਨੇ ਇਹ, 1 2 3 4 5 6। ਠੀਕ ਹੈ, 6। ਅਤੇ ਕਿੰਨੇ ਨੇ, 6। ਅਤੇ ਇਸ ਦੇ ਵਿੱਚ ਰੋ ਕਿੰਨੀਆਂ ਨੇ, 6। ਕਾਲਮ ਕਿੰਨੇ ਨੇ, 4। ਤਾਂ ਸ਼ੈੱਲ ਕਿੰਨੇ ਹੋ ਗਏ, 24। ਤਾਂ ਪਿਆਰੇ ਵਿਦਿਆਰਥੀਓ, ਤਾਂ ਟੇਬਲ ਬਟਨ ਦੀ ਵਰਤੋਂ ਕਰਕੇ ਟੇਬਲ ਕਿਵੇਂ ਬਣਾ ਸਕਦੇ ਹਾਂ ਆਪਾਂ, ਟੇਬਲ ਕਿਵੇਂ ਬਣਾ ਸਕਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਇੰਸਰਟ ਟੈਬ 'ਤੇ ਕਲਿੱਕ ਕੀਤਾ। ਠੀਕ ਹੈ, ਸਭ ਤੋਂ ਪਹਿਲਾਂ ਕਾਹਤੇ ਕਲਿੱਕ ਕੀਤਾ, ਇੰਸਰਟ। ਠੀਕ ਹੈ, ਉਸ ਤੋਂ ਬਾਅਦ ਟੇਬਲ ਬਟਨ 'ਤੇ, ਫਿਰ ਰੋ ਅਤੇ ਕਾਲਮ ਦੇ ਸਿਲੈਕਟ ਕੀਤੇ ਜਿੰਨੇ ਦਾ ਅਸੀਂ ਟੇਬਲ ਬਣਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਸਾਡਾ ਟੇਬਲ ਬਣ ਕੇ ਕੀ ਹੋ ਜਾਂਦਾ ਹੈਗਾ, ਤਿਆਰ। ਤਾਂ ਠੀਕ ਹੈ, 3 ਹੀ ਸਟੈਪ ਲਿਖੇ ਜਾਣੇ ਆ। ਪਹਿਲਾ ਸਟੈਪ ਕੀ ਹੋ ਗਿਆ, ਇੰਸਰਟ ਟੈਬ 'ਤੇ ਕਲਿੱਕ ਕਰੋ। ਦੂਸਰਾ ਟੇਬਲ ਬਟਨ 'ਤੇ ਕਲਿੱਕ ਕਰੋ। ਤੀਸਰਾ ਰੋ ਅਤੇ ਕਾਲਮ ਦੀ ਗਿਣਤੀ ਸਿਲੈਕਟ ਕਰੋ। ਚੌਥਾ, ਇਸ ਦੇ ਵਿੱਚ ਮੇਨ 3 ਸਟੈਪ ਨੇ, ਚੌਥੇ ਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ ਵੀ ਇਸ ਤਰ੍ਹਾਂ ਤੁਹਾਡਾ ਟੇਬਲ ਬਣ ਕੇ ਤਿਆਰ ਹੋ ਜਾਵੇਗਾ। ਤਾਂ ਪਿਆਰੇ ਵਿਦਿਆਰਥੀਓ, ਤੁਹਾਨੂੰ ਇੱਕ ਤਰੀਕਾ ਟੇਬਲ ਬਟਨ ਦੀ ਵਰਤੋਂ ਕਰਕੇ ਟੇਬਲ ਬਣਾਉਣਾ ਆ ਗਿਆ। ਹੁਣ ਆਪਾਂ ਨੈਕਸਟ ਤਰੀਕਾ ਕਰਾਂਗੇ, ਉਹ ਹੈਗਾ ਇੰਸਰਟ ਟੇਬਲ ਆਪਸ਼ਨ ਦੀ ਵਰਤੋਂ ਕਰਕੇ ਟੇਬਲ ਬਣਾਉਣਾ। ਇੰਸਰਟ ਟੇਬਲ ਦੀ ਵਰਤੋਂ ਕਰਕੇ ਟੇਬਲ ਬਣਾਉਣ ਦੇ ਲਈ ਪਹਿਲੇ 2 ਸਟੈਪ ਤਿੰਨਾਂ ਤਰੀਕਿਆਂ ਦੇ ਵਿੱਚ ਇੱਕ ਤਰ੍ਹਾਂ ਦੇ ਹੀ ਹਨ। ਠੀਕ ਹੈ, ਬਾਕੀ ਸਟੈਪ ਨੇ ਜਿਹੜੇ ਉਹ ਥੋੜ੍ਹੇ ਜਿਹੇ ਬਦਲੇ ਹੋਏ ਨੇ। ਸਭ ਤੋਂ ਪਹਿਲਾ ਸਟੈਪ ਇਹਦੇ ਵਿੱਚ ਵੀ ਇੰਸਰਟ ਟੈਬ 'ਤੇ ਕਲਿੱਕ ਕਰੋ, ਫਿਰ ਟੇਬਲ ਬਟਨ 'ਤੇ ਕਲਿੱਕ ਕਰੋ। ਪਹਿਲਾਂ ਇੰਸਰਟ ਟੈਬ, ਫਿਰ ਟੇਬਲ ਬਟਨ। ਜਦੋਂ ਆਪਾਂ ਇੰਸਰਟ ਟੈਬ 'ਤੇ ਟੇਬਲ ਬਟਨ 'ਤੇ ਕਲਿੱਕ ਕਰ ਦਿੰਦੇ ਹਾਂ ਤਾਂ ਨੀਚੇ ਇੱਕ ਡਰੋਪ ਡਾਊਨ ਲਿਸਟ ਓਪਨ ਹੋ ਜਾਂਦੀ ਹੈ। ਉਸ ਦੇ ਵਿੱਚ ਹੁਣ ਆਪਾਂ ਇੱਥੇ ਰੋ ਅਤੇ ਕਾਲਮ ਸਿਲੈਕਟ ਨਹੀਂ ਕਰਾਂਗੇ, ਇੱਥੇ ਕੀ ਕਰਾਂਗੇ, ਇੰਸਰਟ ਟੇਬਲ 'ਤੇ ਕਲਿੱਕ ਕਰਾਂਗੇ। ਤਾਂ ਪਹਿਲਾ ਸਟੈਪ ਇੰਸਰਟ ਟੈਬ 'ਤੇ ਕਲਿੱਕ ਕਰੋ। ਦੂਸਰਾ ਸਟੈਪ ਟੇਬਲ ਬਟਨ 'ਤੇ ਕਲਿੱਕ ਕਰੋ। ਤੀਸਰਾ ਸਟੈਪ ਇੰਸਰਟ ਟੇਬਲ ਆਪਸ਼ਨ 'ਤੇ ਕਲਿੱਕ ਕਰੋ। ਜਦੋਂ ਤੁਸੀਂ ਇੰਸਰਟ ਟੇਬਲ ਆਪਸ਼ਨ 'ਤੇ ਕਲਿੱਕ ਕਰ ਦਿੰਦੇ ਹੋ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਇੱਕ ਡਾਇਲੋਗ ਬਾਕਸ ਓਪਨ ਹੋ ਜਾਂਦਾ ਹੈਗਾ, ਜਿਸ ਦੇ ਵਿੱਚ ਕੀ ਹੈਗਾ, ਨੰਬਰ ਆਫ ਕਾਲਮਸ, ਨੰਬਰ ਆਫ ਰੋਜ਼। ਇੱਥੇ ਤੁਸੀਂ ਜਿੰਨੇ ਰੋ ਅਤੇ ਕਾਲਮ ਚਾਹੀਦੇ ਹਨ ਉਸ ਦੀ ਗਿਣਤੀ ਲਿਖ ਸਕਦੇ ਹੋ। ਮੰਨ ਲਓ ਆਪਾਂ 7 ਕਾਲਮ 7 ਰੋ ਦਾ ਟੇਬਲ ਬਣਾਉਣਾ ਹੈ ਤਾਂ ਆਪਾਂ ਇਹਨਾਂ ਬਾਕਸ ਦੇ ਵਿੱਚ ਕੀ ਲਿਖਤਾ, 7 ਕਾਲਮ ਲਿਖਤੇ, 7 ਰੋ ਲਿਖਤੀ। ਠੀਕ ਹੈ, ਤੁਸੀਂ ਇੱਥੇ ਆਪਣੇ ਕੋਲ ਬੱਚੇ, ਠੀਕ ਹੈ, ਪੁਆਇੰਟ ਦਿੱਤੇ ਹੋਏ ਨੇ। ਇੱਕ ਹੈਗਾ ਗਾ, ਠੀਕ ਹੈ, ਜੇ ਆਪਾਂ ਉਹਦੇ ਉੱਪਰ ਜਿਹੜਾ ਸਭ ਤੋਂ ਅੱਪਰ ਹੈਗਾ, ਅੱਪਰ ਵਾਲੇ 'ਤੇ ਕਲਿੱਕ ਕਰਾਂਗੇ ਤਾਂ ਕਾਲਮ ਦੀ ਗਿਣਤੀ ਵਧੂਗੀ। ਇੱਕ ਨੀਚੇ ਪੁਆਇੰਟ ਹੈ, ਜੇ ਆਪਾਂ ਉਸ 'ਤੇ ਕਲਿੱਕ ਕਰਾਂਗੇ ਤਾਂ ਕਾਲਮ ਦੀ ਗਿਣਤੀ ਘਟੂਗੀ। ਜੇ ਆਪਾਂ ਨੇ ਕਾਲਮ ਦੀ ਗਿਣਤੀ ਵਧਾਉਣੀ ਹੈ ਤਾਂ ਕਾਲਮ ਵਾਲੇ ਹੀ ਖਾਨੇ ਦੇ ਵਿੱਚ ਉੱਪਰ ਵਾਲੇ ਬਟਨ 'ਤੇ ਕਲਿੱਕ ਕਰਕੇ ਵਧਾ ਸਕਦੇ ਹਾਂ, ਨੀਚੇ ਵਾਲੇ 'ਤੇ ਕਲਿੱਕ ਕਰਕੇ ਘਟਾ ਸਕਦੇ ਹਾਂ। ਇਸ ਤਰ੍ਹਾਂ ਹੀ ਆਪਾਂ ਰੋ ਦੇ ਵਿੱਚ ਕਰ ਸਕਦੇ ਹਾਂ। ਠੀਕ ਹੈ, ਜਾਂ ਆਪਾਂ ਕੀਬੋਰਡ ਦੀ ਮਦਦ ਨਾਲ ਲਿਖ ਵੀ ਸਕਦੇ ਹਾਂ। ਉਸ ਤੋਂ ਬਾਅਦ ਕਿਹੜੀ ਆਪਸ਼ਨ 'ਤੇ ਕਲਿੱਕ ਕਰਨਾ ਹੈ, ਓਕੇ 'ਤੇ। ਠੀਕ ਹੈ, ਇਸ ਤਰ੍ਹਾਂ ਸਾਡਾ 7 ਰੋ ਅਤੇ 7 ਕਾਲਮ ਦਾ ਟੇਬਲ ਤਿਆਰ ਹੋ ਜਾਵੇਗਾ। ਠੀਕ ਹੈ, ਤਾਂ ਪਿਆਰੇ ਵਿਦਿਆਰਥੀਓ, ਇੰਸਰਟ ਟੇਬਲ ਆਪਸ਼ਨ ਨਾਲ ਟੇਬਲ ਬਣਾਉਣ ਦੇ ਕੀ ਸਟੈਪ ਸੀ। ਸਭ ਤੋਂ ਪਹਿਲਾਂ ਇੰਸਰਟ ਟੈਬ 'ਤੇ ਕਲਿੱਕ ਕੀਤਾ,
ਫਿਰ ਟੇਬਲ 'ਤੇ ਕਲਿੱਕ ਕੀਤਾ, ਫਿਰ ਇਨਸਰਟ ਟੇਬਲ 'ਤੇ ਕਲਿੱਕ ਕੀਤਾ, ਫਿਰ ਰੋ ਅਤੇ ਕਾਲਮ ਦੀ ਗਿਣਤੀ ਫਿਲ ਕੀਤੀ, ਫਿਰ ਓਕੇ ਬਟਨ 'ਤੇ ਕਲਿੱਕ ਕੀਤਾ। ਪਹਿਲੇ 2 ਸਟੈਪ ਬਿਲਕੁਲ ਸੇਮ ਨੇ। ਤੀਸਰੇ ਸਟੈਪ ਦੇ ਵਿੱਚ ਇਨਸਰਟ ਟੇਬਲ ਆ ਗਿਆ, ਚੌਥੇ ਸਟੈਪ ਦੇ ਵਿੱਚ ਰੋ ਅਤੇ ਕਾਲਮ ਦੀ ਗਿਣਤੀ ਆ ਗਈ, ਪੰਜਵੇਂ ਸਟੈਪ ਦੇ ਵਿੱਚ ਓਕੇ ਬਟਨ 'ਤੇ ਕਲਿੱਕ ਆ ਗਿਆ। ਛੇਵੇਂ ਸਟੈਪ ਦੇ ਵਿੱਚ ਆਪਾਂ ਇਹ ਲਿਖ ਸਕਦੇ ਹਾਂ ਵੀ ਇਸ ਤਰ੍ਹਾਂ ਸਾਡਾ ਟੇਬਲ ਤਿਆਰ ਹੋ ਜਾਵੇਗਾ। ਠੀਕ ਹੈ, ਪਹਿਲੇ 2 ਮੈਥਡ ਪਤਾ ਚੱਲ ਗਏ। ਹੁਣ ਅੱਜ ਆਪਾਂ ਕਰਾਂਗੇ ਤੀਸਰਾ ਮੈਥਡ, ਡਰਾ ਟੇਬਲ ਦੀ ਆਪਸ਼ਨ ਨਾਲ ਟੇਬਲ ਬਣਾਉਣਾ। ਇਸ ਦੇ ਵਿੱਚ ਵੀ ਬੱਚੇ ਪਹਿਲੇ 2 ਸਟੈਪ ਬਿਲਕੁਲ ਉਸੇ ਤਰ੍ਹਾਂ ਨੇ। ਇਨਸਰਟ ਟੈਬ 'ਤੇ ਕਲਿੱਕ ਕਰੋ, ਟੇਬਲ ਬਟਨ 'ਤੇ ਕਲਿੱਕ ਕਰੋ, ਉਸ ਤੋਂ ਬਾਅਦ ਡਰਾ ਟੇਬਲ 'ਤੇ ਕਲਿੱਕ ਕਰੋ। ਜਦੋਂ ਤੁਸੀਂ ਡਰਾ ਟੇਬਲ 'ਤੇ ਕਲਿੱਕ ਕਰ ਲਓਗੇ ਤਾਂ ਤੁਹਾਡੇ ਕੋਲ ਇੱਕ ਪੁਆਇੰਟਰ ਆ ਜਾਊਗਾ। ਠੀਕ ਹੈ, ਉਸ ਪੁਆਇੰਟਰ ਦੀ ਵਰਤੋਂ ਕਰਕੇ, ਕਿਉਂਕਿ ਇਹਦਾ ਨਾਮ ਹੀ ਡਰਾ ਹੈ, ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਆਪਾਂ ਪੇਂਟ 'ਚ ਕੰਮ ਕਰਦੇ ਸੀ, ਕੋਈ ਵੀ ਚੀਜ਼ ਬਣਾਉਂਦੇ ਸੀ, ਉਸ ਤਰ੍ਹਾਂ ਇਹਦੇ ਵਿੱਚ ਵੀ ਆਪਾਂ ਜਿੰਨੇ ਰੋ ਅਤੇ ਕਾਲਮ ਚਾਹੀਦੇ ਨੇ ਉਨੇ ਬਣਾ ਲਾਂਗੇ। ਇਸ ਤਰ੍ਹਾਂ ਆਪਣਾ ਟੇਬਲ ਤਿਆਰ ਹੋ ਜਾਊਗਾ। ਠੀਕ ਹੈ, ਤਾਂ ਇਹਦੇ ਸਟੈਪ ਕੀ ਹੋ ਗਏ ਪਿਆਰੇ ਵਿਦਿਆਰਥੀਓ? ਸਭ ਤੋਂ ਪਹਿਲਾਂ ਆਪਾਂ ਕਾਹਤੇ ਕਲਿੱਕ ਕੀਤਾ? ਇਨਸਰਟ 'ਤੇ, ਫਿਰ ਟੇਬਲ 'ਤੇ, ਫਿਰ ਥਰਡ 'ਤੇ ਡਰਾ ਟੇਬਲ 'ਤੇ ਫਿਰ ਉਸ ਤੋਂ ਬਾਅਦ ਇੱਕ ਪੁਆਇੰਟਰ ਆ ਜਾਊਗਾ। ਉਸ ਪੁਆਇੰਟਰ ਦੀ ਹੈਲਪ ਦੇ ਨਾਲ ਜਿੰਨੇ ਰੋ ਅਤੇ ਕਾਲਮ ਚਾਹੀਦੇ ਨੇ ਉਨੇ ਆਪਾਂ ਡਰਾ ਕਰਕੇ ਟੇਬਲ ਬਣਾ ਲਾਂਗੇ। ਤਾਂ ਇਹ ਸੀ ਬੱਚੇ 3 ਸਟੈਪ ਟੇਬਲ ਬਣਾਉਣ ਦੇ। ਹੁਣ ਆਪਾਂ ਅੱਗੇ ਕਰਾਂਗੇ ਟੇਬਲ ਵਿੱਚ ਡਾਟਾ ਦਾਖਲ ਕਿਵੇਂ ਕਰਨਾ ਹੈਗਾ। ਤਾਂ ਟੇਬਲ ਵਿੱਚ ਡਾਟਾ ਦਾਖਲ ਕਰਨ ਦੇ ਲਈ ਆਪਣੇ ਕੋਲ ਸਭ ਤੋਂ ਪਹਿਲਾਂ ਤਾਂ ਆਪਾਂ ਕੋਈ ਵੀ ਇੱਕ ਮੈਥਡ ਵਰਤ ਕੇ, ਇੱਕ ਤਰੀਕਾ ਵਰਤ ਕੇ ਟੇਬਲ ਤਿਆਰ ਕਰਾਂਗੇ। ਜਦੋਂ ਸਾਡਾ ਟੇਬਲ ਤਿਆਰ ਹੋ ਜਾਊਗਾ ਤਾਂ ਅਸੀਂ ਉਸ ਦੇ ਵਿੱਚ ਡਾਟਾ ਲਿਖ ਸਕਦੇ ਹਾਂ। ਜਿਵੇਂ ਤੁਹਾਨੂੰ ਨਜ਼ਰ ਆ ਹੀ ਰਿਹਾ ਹੈ, ਇਹ ਇੱਕ ਟੇਬਲ ਹੈ ਜਿਸ ਦੇ ਵਿੱਚ ਰੋ ਅਤੇ ਕਾਲਮ ਦੇ ਵਿੱਚ ਡਾਟਾ ਲਿਖਿਆ ਹੋਇਆ ਹੈ। ਇਹ ਵੀ ਡਾਟਾ ਹੈ, ਇਹ ਵੀ ਡਾਟਾ ਹੈ, ਇਹ ਵੀ ਡਾਟਾ ਹੈ, ਇਹ ਵੀ ਡਾਟਾ ਹੈ। ਇਸ ਤਰ੍ਹਾਂ ਕਰਕੇ ਸਾਰੇ ਰੋ ਅਤੇ ਕਾਲਮ ਦੇ ਵਿੱਚ ਕੀ ਲਿਖਿਆ ਗਿਆ ਹੈਗਾ? ਡਾਟਾ। ਉੱਪਰ ਆਪਣੇ ਕੋਲ ਕੀ ਨੇ? ਹੈਡਿੰਗ ਦਿੱਤੇ ਗਏ ਨੇ, ਜਿਵੇਂ ਨੇਮ, ਇੰਗਲਿਸ਼, ਹਿੰਦੀ, ਕੰਪਿਊਟਰ। ਠੀਕ ਹੈ, ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਹੈਡਿੰਗ ਦਿੱਤੇ ਉਸ ਤਰ੍ਹਾਂ ਹੀ ਆਪਾਂ ਸੈੱਲਾਂ ਦੇ ਵਿੱਚ ਅਲੱਗ-ਅਲੱਗ ਜਾਣਕਾਰੀ, ਇਨਫੋਰਮੇਸ਼ਨ ਭਰੀ ਹੋਈ ਹੈ। ਤਾਂ ਬੱਚੇ ਇੱਥੇ ਤੁਸੀਂ ਦੇਖ ਰਹੇ ਹੋ ਆਪਾਂ ਨੇ ਕੀਬੋਰਡ ਦੀ ਹੈਲਪ ਦੇ ਨਾਲ, ਠੀਕ ਹੈ, ਆਪਾਂ ਡਾਟਾ ਇੱਕ ਤਾਂ ਟੈਕਸਟ ਦੇ ਰੂਪ ਵਿੱਚ ਲਿਖਿਆ ਹੋਇਆ, ਇੱਕ ਅੰਕਾਂ ਦੇ ਰੂਪ ਵਿੱਚ। ਟੈਕਸਟ ਦਾ ਮਤਲਬ ਸ਼ਬਦ। ਸ਼ਬਦਾਂ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? A ਤੋਂ ਲੈ ਕੇ Z ਤੱਕ ਵੱਡੀ ABC ਯੂਜ਼ ਕਰਕੇ, A ਤੋਂ ਲੈ ਕੇ Z ਤੱਕ ਛੋਟੀ ABC ਯੂਜ਼ ਕਰਕੇ। ਠੀਕ ਹੈ, ਤਾਂ ਜਦੋਂ ਆਪਾਂ A ਤੋਂ ਲੈ ਕੇ ਵੱਡੀ A ਤੋਂ ਲੈ ਕੇ Z ਤੱਕ ਵੱਡੀ ABC ਯੂਜ਼ ਕਰ ਸਕਦੇ ਹਾਂ, A ਤੋਂ ਲੈ ਕੇ Z ਤੱਕ ਛੋਟੀ ABC ਯੂਜ਼ ਕਰਦੇ ਹਾਂ, ਕਿਉਂਕਿ ਇਹਨਾਂ ਅਲਫਾਬੈਟਸ ਦੇ ਨਾਲ ਹੀ ਆਪਣੇ ਕੀ ਬਣ ਜਾਂਦੇ ਨੇ? ਸ਼ਬਦ ਬਣ ਜਾਂਦੇ ਨੇ। ਠੀਕ ਹੈ, ਤੁਹਾਨੂੰ ਪੰਜਾਬੀ ਲਿਖਣੀ ਵੀ ਸਿਖਾਈ ਸੀ, ਇਸ ਤਰ੍ਹਾਂ ਤੁਹਾਨੂੰ ਪੰਜਾਬੀ ਫੌਂਟ ਨੂੰ ਬਦਲ ਕੇ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ। ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਆ ਜਾਂਦਾ ਹੈਗਾ ਨਿਊਮੈਰੀਕਲ ਡਾਟਾ, ਜਿਸ ਦੇ ਵਿੱਚ 0 ਤੋਂ ਲੈ ਕੇ 9 ਤੱਕ ਆਪਣੇ ਕੋਲ ਕੀ ਆ ਜਾਂਦੀਆਂ ਨੇ? ਡਿਜਿਟ। 0 ਤੋਂ ਲੈ ਕੇ 9 ਤੱਕ ਡਿਜਿਟ ਆ ਜਾਂਦੀਆਂ ਨੇ। ਠੀਕ ਹੈ, 0 ਤੋਂ ਲੈ ਕੇ 9 ਤੱਕ ਕੀ ਆ ਜਾਂਦੀਆਂ ਨੇ? ਡਿਜਿਟ। ਡਿਜਿਟ ਮੀਨਸ ਅੰਕ। ਅੰਕਾਂ ਤੋਂ ਹੀ ਅੱਗੇ ਕੀ ਬਣਦੇ ਨੇ? ਨੰਬਰ। ਜਿਵੇਂ ਮੈਂ ਕੋਈ ਨੰਬਰ ਬਣਾਉਣਾ ਹੈ 10, ਤਾਂ ਮੈਂ ਉਹਦੇ ਲਈ ਕਿਹੜੇ ਅੰਕ ਯੂਜ਼ ਕਰੂੰਗੀ? 1 1 0। ਤਾਂ 1 ਅਤੇ 0 ਨੂੰ ਯੂਜ਼ ਕਰਕੇ ਕੀ ਬਣ ਗਿਆ? 10। ਤਾਂ ਆਪਣੇ ਕੋਲ ਕੀਬੋਰਡ ਦੇ ਉੱਪਰ, ਠੀਕ ਹੈ, ਇੱਕ ਨਿਊਮੈਰੀਕਲ ਕੀਪੈਡ ਵੱਲ ਦਿੱਤੇ ਹੁੰਦੇ ਨੇ, ਜਿਹਦੇ ਵਿੱਚ ਇਕੱਲੇ ਸਾਰੇ ਕੀ ਹੁੰਦੇ ਨੇ? ਅੰਕ ਹੀ ਹੁੰਦੇ ਨੇ, ਜਾਂ ਜਿਹੜੇ ਆਪਣੇ ਕੋਲ ਸਿੰਬਲ ਹੁੰਦੇ ਨੇ, ਜਿਹੜੇ ਜਿਵੇਂ ਪਲੱਸ, ਮਾਈਨਸ, ਬਰਾਬਰ ਹੈ। ਠੀਕ ਹੈ, ਉੱਧਰੋਂ ਵੀ ਆਪਾਂ ਅੰਕ ਲਿਖ ਸਕਦੇ ਹਾਂ। ਅਤੇ ਇੱਕ ਆਪਣੇ ਕੋਲ, ਠੀਕ ਹੈ, ਫੰਕਸ਼ਨ ਕੀਜ਼ ਦੇ ਉੱਪਰ ਦਿੱਤੇ ਹੁੰਦੇ ਨੇ 0 ਤੋਂ ਲੈ ਕੇ 9 ਤੱਕ, ਉੱਥੋਂ ਵੀ ਆਪਾਂ ਅੰਕ ਐਂਟਰ ਕਰ ਸਕਦੇ ਹਾਂ। ਤਾਂ ਹੁਣ ਤੁਹਾਨੂੰ ਟੇਬਲ ਦੇ ਵਿੱਚ ਡਾਟਾ ਦਾਖਲ ਕਰਨਾ ਆ ਗਿਆ। ਟੇਬਲ ਦੇ ਵਿੱਚ ਤੁਹਾਨੂੰ ਆਹ ਵਾਲੇ ਟੇਬਲ ਦੇ ਵਿੱਚ 2 ਤਰ੍ਹਾਂ ਦਾ ਡਾਟਾ ਹੀ ਦਾਖਲ ਕੀਤਾ ਗਿਆ, ਇੱਕ ਸ਼ਬਦਾਂ ਦੇ ਵਿੱਚ, ਇੱਕ ਅੰਕਾਂ ਦੇ ਵਿੱਚ। ਜੇ ਕੋਈ ਆਪਾਂ ਚਿੰਨ੍ਹ ਜਾਂ ਨਿਸ਼ਾਨ ਲਗਾਉਣਾ ਹੋਵੇ ਤਾਂ ਆਪਾਂ ਕੀਬੋਰਡ ਤੋਂ ਉਹ ਵੀ ਲਗਾ ਸਕਦੇ ਹਾਂ। ਠੀਕ ਹੈ, ਤਾਂ ਪਿਆਰੇ ਵਿਦਿਆਰਥੀਓ, ਟੇਬਲ ਵਿੱਚ ਡਾਟਾ ਦਾਖਲ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਡਾ ਕੀ ਬਣਿਆ ਹੋਣਾ ਜ਼ਰੂਰੀ ਹੈ? ਟੇਬਲ। ਜੇ ਟੇਬਲ ਤਿਆਰ ਹੈ ਤਾਂ ਤੁਸੀਂ ਉਸ ਦੇ ਵਿੱਚ ਡਾਟਾ ਐਂਟਰ ਕਰ ਸਕਦੇ ਹੋ। ਠੀਕ ਹੈ, ਹੁਣ ਮੈਨੂੰ ਉਮੀਦ ਹੈ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਜੋ ਮੈਂ ਅੱਜ ਦੱਸੀਆਂ ਨੇ
ਪੂਰੀ ਤਰ੍ਹਾਂ ਸਮਝ ਆ ਗਈ ਹੋਣੀ ਹੈ। ਤਾਂ ਸਭ ਤੋਂ ਪਹਿਲਾਂ ਮੈंने ਤੁਹਾਨੂੰ ਦੱਸਿਆ ਸੀ ਟੇਬਲ ਕੀ ਹੁੰਦਾ ਹੈ। ਉਸ ਤੋਂ ਬਾਅਦ ਟੇਬਲ ਬਣਾਉਣ ਦੇ 3 ਤਰੀਕਿਆਂ ਬਾਰੇ ਦੱਸਿਆ ਸੀ, ਜਿਨ੍ਹਾਂ ਦੇ ਵਿੱਚ ਪਹਿਲਾ ਤਰੀਕਾ ਹੈਗਾ ਸੀ ਟੇਬਲ ਬਟਨ ਦੀ ਵਰਤੋਂ ਕਰਕੇ ਟੇਬਲ ਬਣਾਉਣਾ। ਟੇਬਲ ਬਟਨ ਦੀ ਵਰਤੋਂ, ਠੀਕ ਹੈ। ਉਸ ਤੋਂ ਬਾਅਦ ਦੂਸਰਾ ਤਰੀਕਾ ਹੈਗਾ ਸੀ ਆਪਣੇ ਕੋਲ ਇਨਸਰਟ ਵਿਧੀ ਰਾਹੀਂ। ਕਿਹੜੇ ਤਰੀਕੇ ਰਾਹੀਂ ਸੀ? ਇਨਸਰਟ। ਦੂਸਰਾ ਤਰੀਕਾ ਕੀ ਸੀ? ਇਨਸਰਟ, ਠੀਕ ਹੈ। ਤੀਸਰਾ ਤਰੀਕਾ ਹੈਗਾ ਸੀ ਆਪਣੇ ਕੋਲ ਡਰਾ। ਤਾਂ 3 ਤਰੀਕੇ, ਇੱਕ ਟੇਬਲ ਬਟਨ ਦੀ ਵਰਤੋਂ ਕਰਕੇ, ਦੂਸਰਾ ਇਨਸਰਟ ਆਪਸ਼ਨ ਦੀ ਵਰਤੋਂ ਕਰਕੇ, ਤੀਸਰਾ ਡਰਾ ਟੇਬਲ ਦੀ ਵਰਤੋਂ ਕਰਕੇ। ਉਸ ਤੋਂ ਬਾਅਦ ਜਦੋਂ ਆਪਣਾ ਟੇਬਲ ਤਿਆਰ ਹੋ ਜਾਂਦਾ ਹੈ ਤਾਂ ਆਪਾਂ ਟੇਬਲ ਦੇ ਵਿੱਚ ਡਾਟਾ ਦਾਖਲ ਕਰ ਸਕਦੇ ਹਾਂ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਅੱਜ ਟੇਬਲ ਬਣਾਉਣਾ ਆ ਗਿਆ ਹੋਣਾ ਹੈਗਾ, ਅਤੇ ਟੇਬਲ ਦੇ ਵਿੱਚ ਡਾਟਾ ਦਾਖਲ ਕਰਨਾ ਵੀ ਆ ਗਿਆ ਹੋਣਾ ਹੈ, ਅਤੇ ਟੇਬਲ ਬਾਰੇ ਵੀ ਪਤਾ ਚੱਲ ਗਿਆ ਹੋਣਾ ਹੈ, ਠੀਕ ਹੈ। ਅਤੇ ਕੱਲ੍ਹ ਆਪਾਂ ਕਰਾਂਗੇ ਟੇਬਲ ਨੂੰ ਮੋਡੀਫਾਈ ਕਰਨਾ। ਥੈਂਕ ਯੂ, ਧੰਨਵਾਦ।